ਲॉर्ड ਹਾਲੇਲੂਇਆ। ਖੁਦਾਵੰਦ ਪ੍ਰਭੂ ਯਿਸੂ ਮਸੀਹ ਦਾ ਸ਼ੁਕਰ ਕਰਦੇ ਦਾ ਧੰਨਵਾਦ ਕਰਦੇ ਹਾਂ। ਪਰਮੇਸ਼ਰ ਦਾ ਜਿੰਦਾ ਵਚਨ ਅੱਜ ਅਸੀਂ ਸਿੱਖਣ ਲਈ ਜਾ ਰਹੇ ਹਾਂ ਔਰ ਪਰਮੇਸ਼ਰ ਦਾ ਸ਼ੁਕਰ ਉਹਦਾ ਧੰਨਵਾਦ ਕਰਦੇ ਹਾਂ। ਉਹਦੇ ਨਾਮ ਨੂੰ ਇੱਜ਼ਤ, ਉਹਦੇ ਨਾਮ ਨੂੰ ਜਲਾਲ ਦਿੰਦੇ ਹਾਂ ਔਰ ਪ੍ਰਭੂ ਦੇ ਨਾਮ ਦੀ ਜੈ ਜੈਕਾਰ, ਉਹਦੇ ਨਾਮ ਦੀ ਬੜਾਈ, ਉਹਦੇ ਨਾਮ ਦੀ ਮਹਿਮਾ ਕਰਦੇ ਹਾਂ। ਅੱਜ ਪਰਮੇਸ਼ਰ ਦੇ ਵਚਨ ਦੇ ਵਿੱਚ ਆਪਾਂ ਦੇਖਾਂਗੇ ਕਿ ਪਰਮੇਸ਼ਰ ਦਾ ਵਚਨ ਜਿਹੜਾ ਸਾਨੂੰ ਜਿਉਂਦਾ ਰੱਖਦੇ ਹਨ। ਹਾਲੇਲੂਇਆ। ਪਰਮੇਸ਼ਰ ਦਾ ਵਚਨ ਜਿਹੜਾ ਸਾਨੂੰ ਜਿਉਂਦਾ ਰੱਖਦੇ ਹਨ। ਪਰਮੇਸ਼ਰ ਦਾ ਵਚਨ ਜਿਸ ਤਰ੍ਹਾਂ ਇੱਕ ਆਪਾਂ ਰੋਟੀ ਤੋਂ ਬਿਨਾ ਜਿੰਦਾ ਨਹੀਂ ਰਹਿ ਸਕਦੇ। ਹਾਲੇਲੂਇਆ। ਇੱਕ ਦਿਨ ਅਸੀਂ ਰੋਟੀ ਨਹੀਂ ਖਾਂਦੇ ਹੈ ਤਾਂ ਸਾਡੇ ਵਿੱਚ ਕਮਜ਼ੋਰੀ ਆਉਣੀ ਸ਼ੁਰੂ ਹੋ ਜਾਂਦੀ ਹੈ। ਹਾਲੇਲੂਇਆ। ਜਦੋਂ ਅਸੀਂ ਪਰਮੇਸ਼ਰ ਦਾ ਵਚਨ ਨਹੀਂ ਪੜ੍ਹਦੇ ਹੈ ਤਾਂ ਉਹ ਸਾਨੂੰ ਉਹਦੇ ਵਿੱਚੋਂ ਫਿਰ ਸਾਡੀ ਰੂਹ ਨੂੰ ਜਿਹੜੀ ਆ ਉਹ ਕਮਜ਼ੋਰੀ ਆਉਣੀ ਸ਼ੁਰੂ ਹੋ ਜਾਂਦੀ ਹੈ। ਫਿਰ ਅਸੀਂ ਜਿਹੜੇ ਆ ਪਰਮੇਸ਼ਰ ਦੇ ਕੰਮਾਂ ਤੋਂ ਜਾਂ ਪਰਮੇਸ਼ਰ ਦੇ ਵਚਨ ਤੋਂ ਦੂਰ ਜਦੋਂ ਹੋ ਜਾਂਦੇ ਤਾਂ ਸਾਡੇ ਵਿੱਚ ਕਮਜ਼ੋਰੀ ਆਉਣੀ ਸ਼ੁਰੂ ਹੋ ਜਾਂਦੀ ਹੈ। ਹਾਲੇਲੂਇਆ। ਇਸ ਕਰਕੇ ਸਾਨੂੰ ਪਰਮੇਸ਼ਰ ਦਾ ਵਚਨ ਜਿਹੜਾ ਹੈ ਉਹ ਸਾਡੇ ਲਈ ਬਹੁਤ ਹੀ ਜ਼ਰੂਰੀ ਹੈ। ਬਹੁਤ ਹੀ ਪਰਮੇਸ਼ਰ ਦਾ ਵਚਨ ਜਿਹੜਾ ਸਾਨੂੰ ਜਿਉਂਦਾ ਰੱਖਦਾ ਹੈ। ਹਾਲੇਲੂਇਆ। ਸਾਨੂੰ ਜਿਉਣ ਦਿੰਦਾ ਹੈ। ਹਾਲੇਲੂਇਆ। ਪਰਮੇਸ਼ਰ ਦਾ ਵਚਨ ਸਾਨੂੰ ਕੀ ਆ? ਜਿਉਣ ਦਿੰਦਾ ਹੈ। ਜਦੋਂ ਅਸੀਂ ਪਰਮੇਸ਼ਰ ਦਾ ਵਚਨ ਪੜ੍ਹਦੇ ਹਾਂ ਤੇ ਸੁਣਦੇ ਹਾਂ ਤੇ ਉਹਦੇ ਉੱਪਰ ਚੱਲਦੇ ਹਾਂ ਤਾਂ ਸੱਚਮੁੱਚ ਸਾਡੀ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਦੇ ਵਿੱਚ ਸਾਡੀ ਦਿਲ ਦੇ ਵਿੱਚ ਸਾਡੇ ਜ਼ਿੰਦਗੀ ਦੇ ਵਿੱਚ ਜਿਹੜੀ ਆ ਉਹ ਇੱਕ ਪਰਮੇਸ਼ਰ ਦਾ ਵਚਨ ਜਦੋਂ ਕੰਮ ਕਰਦਾ ਹੈ ਤਾਂ ਅਸੀਂ ਹਮੇਸ਼ਾ ਜਿੰਦਾ ਰਹਿੰਦੇ ਹਾਂ। ਹਾਲੇਲੂਇਆ। ਸਾਡੀ ਰੂਹ ਜਿਹੜੀ ਆ ਹਮੇਸ਼ਾ ਤਰੋਤਾਜ਼ਾ ਰਹਿੰਦੀ ਹੈ। ਹਾਲੇਲੂਇਆ। ਔਰ ਸਾਡੀ ਰੂਹ ਜਿਹੜੀ ਆ ਹਮੇਸ਼ਾ ਪੁੱਤਰ ਆਤਮਾ ਦੇ ਨਾਲ ਫਿਰ ਭਰੀ ਰਹਿੰਦੀ ਹੈ। ਪਰਮੇਸ਼ਰ ਦਾ ਵਚਨ ਜਿਹੜਾ ਸਾਨੂੰ ਦੱਸਦਾ ਹੈ ਕਿ ਪਰਮੇਸ਼ਰ ਦਾ ਵਚਨ ਸਾਡੇ ਲਈ ਪੜ੍ਹਨਾ, ਸੁਣਨਾ ਤੇ ਉਹਦੇ ਉੱਤੇ ਚੱਲਣਾ ਤੇ ਉਹਦੇ ਹੁਕਮਾਂ ਦੇ ਉੱਪਰ ਚੱਲਣਾ ਬਹੁਤ ਹੀ ਜ਼ਰੂਰੀ ਆ। ਮੇਰੇ ਜੀਜੋ, ਪਰਮੇਸ਼ਰ ਦਾ ਵਚਨ ਸੱਚਮੁੱਚ ਸਾਨੂੰ ਜਿਉਣ ਦਿੰਦਾ ਹੈ। ਪਰਮੇਸ਼ਰ ਦੇ ਵਚਨ ਦੇ ਵਿੱਚੋਂ ਆਪਾਂ ਅੱਜ ਦੇਖਾਂਗੇ ਕਹਾਵਤਾਂ ਉਹਦਾ 4 ਬਾਬ ਉਹਦੀ 4 ਐਤ ਆਪਾਂ ਦੇਖਾਂਗੇ। ਪਰਮੇਸ਼ਰ ਦੇ ਵਚਨ 'ਚ ਕੀ ਲਿਖਿਆ ਹੈ? ਤਾਂ ਉਹਨੇ ਮੈਨੂੰ ਸਿਖਾਇਆ ਤੇ ਇਹ ਆਖਿਆ, ਤੇਰਾ ਮਨ ਮੇਰੀਆਂ ਗੱਲਾਂ ਨੂੰ ਫੜੇ। ਹਾਲੇਲੂਇਆ। ਪਰਮੇਸ਼ਰ ਦਾ ਵਚਨ ਸਾਨੂੰ ਦੱਸਦਾ ਹੈ, ਪਰਮੇਸ਼ਰ ਦਾ ਵਚਨ ਸਾਨੂੰ ਦੱਸਦਾ ਹੈ ਕਿ ਤੇਰੀਆਂ ਜਿਹੜਾ ਤਾਂ ਉਹਨੇ ਮੈਨੂੰ ਸਿਖਾਇਆ ਤੇ ਇਹ ਆਖਿਆ। ਹਾਲੇਲੂਇਆ। ਕਿਹਨੇ ਸਿਖਾਇਆ? ਪਰਮੇਸ਼ਰ ਦਾ ਵਚਨ ਜਿਹੜਾ ਹੈ ਸਾਨੂੰ ਸਿਖਾਉਂਦਾ ਹੈ। ਪਰਮੇਸ਼ਰ ਦਾ ਵਚਨ ਸਾਨੂੰ ਦੱਸਦਾ ਹੈ ਤੇਰੀਆਂ ਗੱਲਾਂ ਜਿਹੜੀਆਂ ਆ ਤੇਰੀਆਂ ਗੱਲਾਂ ਮੈਂ ਸਿੱਖੀਆਂ ਤੇ ਜਦੋਂ ਉਹਨੇ ਮੈਨੂੰ ਸਿਖਾਈਆਂ ਤਾਂ ਇਹ ਆਖਿਆ ਕਿ ਤੇਰਾ ਮਨ ਮੇਰੀਆਂ ਗੱਲਾਂ ਨੂੰ ਫੜੀ ਰੱਖ। ਹਾਲੇਲੂਇਆ। ਹਾਲੇਲੂਇਆ। ਤੇਰਾ ਮਨ ਜਿਹੜਾ ਆ, ਹਾਲੇਲੂਇਆ, ਤੇਰਾ ਮਨ ਜਿਹੜੀਆਂ ਮੇਰੀਆਂ ਗੱਲਾਂ ਨੂੰ ਫੜੀ ਰੱਖੇ। ਤੇਰਾ ਮਨ ਜਿਹੜਾ ਆ, ਤੇਰਾ ਦਿਲ ਜਿਹੜਾ ਆ, ਉਹਦੇ ਵਿੱਚ ਜਿਹੜੀਆਂ ਮੇਰੀਆਂ ਗੱਲਾਂ ਜਿਹੜੀਆਂ ਪਰਮੇਸ਼ਰ ਦੇ ਵਚਨ ਦੇ ਦੁਆਰਾ ਜਿਹੜੀਆਂ ਤੁਸੀਂ ਪੜ੍ਹਦੇ ਤੇ ਸੁਣਦੇ ਆ। ਹਾਲੇਲੂਇਆ। ਔਰ ਮੇਰੀਆਂ ਗੱਲਾਂ ਜਿਹੜੀਆਂ ਤੁਹਾਡੇ ਮਨ ਦੇ ਵਿੱਚ ਬਣੀਆਂ ਰਹਿਣੀਆਂ ਚਾਹੀਦੀਆਂ। ਹਾਲੇਲੂਇਆ। ਹੋਰ ਬਾਕੀ ਸਭ ਕੁਝ ਆਪਣੇ ਦਿਲ ਦੇ ਵਿੱਚੋਂ ਜੋ ਪਰਮੇਸ਼ਰ ਨੂੰ ਪਸੰਦ ਨਹੀਂ ਹੈ ਉਹ ਕੱਢ ਕੇ ਜਿਹੜਾ ਆ ਸਿਰਫ ਤੇ ਸਿਰਫ ਪਰਮੇਸ਼ਰ ਦਾ ਵਚਨ ਜਿਹੜਾ ਹੈ ਉਹ ਤੁਹਾਡੇ ਦਿਲਾਂ ਦੇ ਵਿੱਚ ਹੋਣਾ ਚਾਹੀਦਾ ਹੈ। ਤੁਹਾਡੇ ਮਨ ਦੇ ਵਿੱਚ ਜਿਹੜਾ ਆ ਉਹ ਵਚਨ ਜਿਹੜਾ ਆ ਹੋਣਾ ਬਹੁਤ ਹੀ ਜ਼ਰੂਰੀ ਆ। ਕਿਉਂਕਿ ਜਿਸ ਤਰ੍ਹਾਂ ਲਿਖਿਆ ਹੈ, ਇੱਕ ਵਾਰ ਫੇਰ ਪਰਮੇਸ਼ਰ ਦਾ ਵਚਨ ਮੈਂ ਦੁਬਾਰਾ ਇਸ ਨੂੰ ਪੜ੍ਹਦਾ, ਕਿਉਂ ਜੋ ਮੈਂ ਤੁਹਾਨੂੰ ਚੰਗੀ ਸਿੱਖਿਆ ਦਿੰਦਾ। ਕਹਿੰਦਾ ਮੈਂ ਤੁਹਾਨੂੰ ਕੀ ਦੇਣਾ ਆ? ਚੰਗੀ ਸਿੱਖਿਆ ਦੇਣਾ ਹੈ। ਹਾਲੇਲੂਇਆ। ਪਰਮੇਸ਼ਰ ਦਾ ਵਚਨ ਸਾਨੂੰ ਦੱਸਦਾ ਕਿ ਮੈਂ ਤੁਹਾਨੂੰ ਇੱਕ ਚੰਗੀ ਸਿੱਖਿਆ ਦੇਣਾ ਹੈ। ਹਾਲੇਲੂਇਆ। ਪਰਮੇਸ਼ਰ ਦਾ ਵਚਨ ਸਾਨੂੰ ਹਮੇਸ਼ਾ ਚੰਗੀ ਸਿੱਖਿਆ ਮਿਲਦੀ, ਉਹਦੇ ਵਿੱਚੋਂ ਅੱਛੀ ਸਿੱਖਿਆ ਮਿਲਦੀ ਆ ਪਰਮੇਸ਼ਰ ਦੇ ਵਿੱਚੋਂ। ਹਾਲੇਲੂਇਆ। ਲਿਖਿਆ ਕਿ ਮੈਂ ਤੁਹਾਨੂੰ ਚੰਗੀ ਸਿੱਖਿਆ ਦੇਣਾ ਹੈ। ਹਾਲੇਲੂਇਆ। ਤੇਰਾ ਮਨ ਮੇਰੀਆਂ ਗੱਲਾਂ ਫੜੇ। ਹਾਲੇਲੂਇਆ। ਤੇਰਾ ਮਨ ਜਿਹੜਾ ਆ ਮੇਰੀਆਂ ਗੱਲਾਂ ਨੂੰ ਫੜੀ ਰੱਖੇ। ਹਾਲੇਲੂਇਆ। ਤੂੰ ਮੇਰੇ ਹੁਕਮਾਂ ਨੂੰ ਮੰਨ ਤਾਂ ਤੂੰ ਜੀਵੇਂਗਾ। ਹਾਲੇਲੂਇਆ। ਪਰਮੇਸ਼ਰ ਦੇ ਵਚਨ 'ਚ ਕੀ ਲਿਖਿਆ? ਤੂੰ ਮੇਰੇ ਹੁਕਮਾਂ ਨੂੰ ਮੰਨ ਤਾਂ ਤੂੰ ਜੀਵੇਂਗਾ। ਹਾਲੇਲੂਇਆ। ਜਿਸ ਤਰ੍ਹਾਂ ਆਪਾਂ ਪਹਿਲਾਂ ਦੱਸਿਆ ਕਿ ਪਰਮੇਸ਼ਰ ਦਾ ਵਚਨ ਜਿਹੜਾ ਆ ਉਹ ਸਾਨੂੰ ਜਿਉਣ ਸਿਖਾਉਂਦਾ ਹੈ ਤਾਂ ਪਰਮੇਸ਼ਰ ਦਾ ਵਚਨ ਇੱਥੇ ਸਾਨੂੰ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਵੀ ਇਹੀ ਦੱਸਦਾ ਹੈ, ਤੂੰ ਮੇਰੇ ਹੁਕਮਾਂ ਨੂੰ ਮੰਨ ਤਾਂ ਤੂੰ ਜੀਵੇਂਗਾ। ਹਾਲੇਲੂਇਆ। ਸੱਚਮੁੱਚ ਮੇਰੇ ਜੀਜੋ, ਜਦੋਂ ਅਸੀਂ ਪਰਮੇਸ਼ਰ ਦਾ ਵਚਨ ਨੂੰ ਮੰਨਦੇ ਆ ਤੇ ਉਹਨੂੰ ਪੜ੍ਹਦੇ ਆ ਤੇ ਉਹਦੇ ਉੱਪਰ ਚੱਲਦੇ ਤਾਂ ਉਹਨੂੰ ਆਪਣੇ ਮਨ ਦੇ ਵਿੱਚ ਰੱਖਦੇ ਆ ਤਾਂ ਉਹਦੇ ਵਿੱਚੋਂ ਸਾਨੂੰ ਜਿਉਣ ਮਿਲਦਾ ਹੈ। ਹਾਲੇਲੂਇਆ। ਜ਼ਿੰਦਗੀ ਮਿਲਦੀ ਆ, ਜਿਉਣ ਦੀਆਂ ਗੱਲਾਂ ਸਾਨੂੰ ਉਹਦੇ ਵਿੱਚੋਂ ਮਿਲਦੀਆਂ ਮੇਰੇ ਜੀਜੋ। ਹਾਲੇਲੂਇਆ। ਸੋ ਪਰਮੇਸ਼ਰ ਦਾ ਵਚਨ ਸਾਨੂੰ ਦੱਸਦਾ ਹੈ, ਲਿਖਿਆ ਬੁੱਧ ਨੂੰ ਪ੍ਰਾਪਤ ਕਰ, ਸਮਝ ਨੂੰ ਵੀ ਪ੍ਰਾਪਤ। ਕਹਿੰਦਾ ਬੁੱਧ ਨੂੰ ਵੀ ਪ੍ਰਾਪਤ ਕਰ ਔਰ ਸਮਝ ਨੂੰ ਵੀ ਪ੍ਰਾਪਤ ਕਰ। ਹਾਲੇਲੂਇਆ। ਜੋ ਪਰਮੇਸ਼ਰ ਸਾਨੂੰ ਬੁੱਧ ਦਿੰਦਾ ਹੈ, ਅਕਲ ਦਿੰਦਾ ਹੈ, ਜਦੋਂ ਅਸੀਂ ਵਚਨ ਨੂੰ ਪੜ੍ਹਦੇ ਹਾਂ ਤਾਂ ਪਰਮੇਸ਼ਰ ਸਾਨੂੰ ਸਮਝ ਦਿੰਦਾ ਹੈ। ਜਦੋਂ ਅਸੀਂ ਸਮਝ ਦੇ ਨਾਲ ਵਚਨ ਨੂੰ ਪੜ੍ਹਦੇ ਹਾਂ ਤੇ ਉਹਦੇ ਉੱਪਰ ਚੱਲਦੇ ਹਾਂ ਤਾਂ ਸੱਚਮੁੱਚ ਪਰਮੇਸ਼ਰ ਸਾਨੂੰ ਇੰਨੀ ਬੁੱਧ ਦਿੰਦਾ ਹੈ ਤੇ ਸਮਝ ਦਿੰਦਾ ਹੈ ਤਾਂ ਕਿ ਅਸੀਂ ਉਹਦੀ ਬੁੱਧ ਨੂੰ ਪ੍ਰਾਪਤ ਕਰੀਏ ਤੇ ਮੇਰੇ ਬਚਨਾਂ ਨੂੰ ਭਲਾਈ ਨਾਲ ਨਾ ਅਤੇ ਨਾ ਉਹਨਾਂ ਤੋਂ ਮੁੜੀ। ਕਹਿੰਦਾ ਮੇਰੇ ਬਚਨਾਂ ਨੂੰ ਨਾ ਭੁਲਾਈ। ਹਾਲੇਲੂਇਆ। ਮੇਰੇ ਬਚਨ ਜਿਹੜੇ ਉਹਨਾਂ ਨੂੰ ਕਦੀ ਵੀ ਨਾ ਤੂੰ ਭੁਲਾਈ। ਹਾਲੇਲੂਇਆ। ਜੋ ਵੀ ਅਸੀਂ ਪਰਮੇਸ਼ਰ ਦੇ ਵਿੱਚੋਂ ਪੜ੍ਹਦੇ ਆ ਔਰ ਪਰਮੇਸ਼ਰ ਦੇ ਵਚਨ ਜਿਹੜੇ ਆ ਸੱਚਮੁੱਚ ਸਾਨੂੰ ਜੀਵਨ ਸਿਖਾਉਂਦੇ ਆ, ਉਹ ਜ਼ਿੰਦਗੀ ਆ ਸਾਡੇ ਵਾਸਤੇ। ਹਾਲੇਲੂਇਆ। ਤੇ ਮੇਰੇ ਬਚਨਾਂ ਨੂੰ ਨਾ ਭੁਲਾਈ ਅਤੇ ਨਾ ਉਹਨਾਂ ਤੋਂ ਮੁੜੀ।
ਹਾਲੇਲੂਇਆ। ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਹੈ ਕਿ ਨਾ ਤੂੰ ਮੇਰੇ ਵਚਨ ਨੂੰ ਭੁਲਾਈ ਕਦੀ ਤੇ ਨਾ ਉਹਨਾਂ ਤੋਂ ਇੱਧਰ ਉੱਧਰ ਹੋਈ। ਹਾਲੇਲੂਇਆ। ਮੇਰੇ ਜੀਜੋ, ਜਦੋਂ ਅਸੀਂ ਥੋੜਾ ਵੀ ਪਰਮੇਸ਼ਰ ਦੇ ਵਚਨ ਤੋਂ ਇੱਧਰ ਉੱਧਰ ਹੋ ਜਾਂਦੇ ਆ ਤਾਂ ਫਿਰ ਕੀ ਆ, ਸਾਡੀ ਰੂਹ, ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਹਾਂ ਕਿ ਜਦੋਂ ਅਸੀਂ ਪਰਮੇਸ਼ਰ ਦੇ ਵਚਨ ਤੋਂ ਥੋੜਾ ਇੱਧਰ ਉੱਧਰ ਹੋ ਜਾਂਦੇ ਆ ਤਾਂ ਸਾਡੀ ਰੂਹ ਜਿਹੜੀ ਉਹ ਡਰਾਈਨੈਸ ਹੋ ਜਾਂਦੀ ਹੈ, ਸੁੱਕ ਜਾਂਦੀ ਹੈ। ਫਿਰ ਸਾਡਾ ਪਰਮੇਸ਼ਰ ਦਾ ਪੁੱਤਰ ਆਤਮਾ ਜਿਹੜਾ ਸਾਡੀਆਂ ਜ਼ਿੰਦਗੀਆਂ ਦੇ ਵਿੱਚੋਂ ਉਹ ਖਤਮ ਹੋ ਜਾਂਦਾ ਹੈ, ਕਿਉਂਕਿ ਅਸੀਂ ਜਿਹੜਾ ਵਚਨ ਨੂੰ ਜਿਹੜਾ ਆ ਉਹ ਪਹਿਲ ਨਹੀਂ ਦਿੰਦੇ, ਦੂਸਰੇ ਕੰਮਾਂ ਨੂੰ ਅਸੀਂ ਪਹਿਲ ਦੇਣੀ ਸ਼ੁਰੂ ਕਰ ਦਿੰਦੇ ਹਾਂ। ਹਾਲੇਲੂਇਆ। ਜਦੋਂ ਅਸੀਂ ਪਰਮੇਸ਼ਰ ਦੇ ਵਚਨ ਨੂੰ ਪਹਿਲ ਦਿੰਦੇ ਆ ਤਾਂ ਸੱਚਮੁੱਚ ਪਰਮੇਸ਼ਰ ਜਿਹੜੇ ਆ ਸਾਡੇ ਨਾਲ ਹੋ ਕੇ ਗੱਲਬਾਤ ਕਰਦੇ ਹੋ। ਫਿਰ ਸਾਨੂੰ ਵਚਨ ਨੂੰ ਜਦੋਂ ਅਸੀਂ ਪੜ੍ਹਦੇ ਤਾਂ ਸਾਨੂੰ ਪਰਮੇਸ਼ਰ ਅਕਲ ਤੇ ਬੁੱਧੀ ਸਮਝ ਦਿੰਦੇ ਹੈ। ਹਾਲੇਲੂਇਆ। ਸੋ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਅੱਗੇ ਆਪਾਂ ਦੇਖਾਂਗੇ ਪ੍ਰਕਾਸ਼ ਦੀ ਪੋਥੀ, ਉਹਦੇ 3 ਬਾਬ ਦੀ 20 ਆਇਤ ਆਪਾਂ ਜਦੋਂ ਦੇਖਦੇ ਪਰਮੇਸ਼ਰ ਦੇ ਵਚਨ ਵਿੱਚੋਂ। ਹਾਲੇਲੂਇਆ। ਲਿਖਿਆ, ਦੇਖ ਮੈਂ ਬੂਹੇ ਉੱਤੇ ਖੜੋਤਾ ਅਤੇ ਖੜਕਾਉਂਦਾ ਹਾਂ। ਹਾਲੇਲੂਇਆ। ਦੇਖ ਮੈਂ ਬੂਹੇ ਉੱਤੇ ਖਲੋਤਾ ਅਤੇ ਖੜਕਾਉਂਦਾ ਹਾਂ। ਪਰਮੇਸ਼ਰ ਦਾ ਵਚਨ ਸਾਨੂੰ ਦੱਸਦਾ ਹੈ, ਉਹ ਹਮੇਸ਼ਾ ਸਾਡੇ ਦਿਲ ਦੇ ਦਰਵਾਜ਼ੇ ਦੇ ਉੱਪਰ ਖੜਾ ਰਹਿੰਦਾ ਹੈ ਕਿ ਕਦੋਂ ਮੇਰੇ ਬੱਚੇ ਜਿਹੜੇ ਆ ਉਹ ਮੈਨੂੰ ਜਿਹੜਾ ਆਪਣੇ ਦਿਲ ਦੇ ਵਿੱਚ ਲੈਣ। ਹਾਲੇਲੂਇਆ। ਪਰਮੇਸ਼ਰ ਖੁਦ ਜਿਹੜਾ ਵਚਨ ਜਿਹੜਾ ਉਹ ਖੁਦ ਪਰਮੇਸ਼ਰ ਆ ਮੇਰੇ ਜੀਜੋ। ਹਾਲੇਲੂਇਆ। ਤਾਂ ਜਦੋਂ ਪਰਮੇਸ਼ਰ ਕਹਿੰਦੇ ਕਿ ਮੈਂ ਹਮੇਸ਼ਾ ਤੁਹਾਨੂੰ ਲੱਭਦਾ ਫਿਰਦਾ ਆ, ਵੇਖ ਮੈਂ ਬੂਹੇ ਉੱਤੇ ਖਲੋਤਾ ਅਤੇ ਖੜਕਾਉਂਦਾ, ਕਹਿੰਦਾ ਮੈਂ ਤੁਹਾਡੇ ਦਿਲ ਨੂੰ ਹਮੇਸ਼ਾ ਕਹਿਣਾ ਕਿ ਤੁਹਾਡਾ ਦਿਲ ਤੁਸੀਂ ਆਪਣਾ ਪਾਕ ਤੇ ਸਾਫ਼ ਕਰਕੇ ਖਾਲੀ ਦਿਲ ਮੈਨੂੰ ਦਿਓ ਤਾਂ ਮੈਂ ਖਲੋਤਾ ਹਾਂ ਉਹਦੇ ਵਿੱਚ ਆਉਣ ਲਈ। ਹਾਲੇਲੂਇਆ। ਮੈਂ ਖਲੋਤਾ ਉਹਦੇ ਵਿੱਚ ਆਉਣ ਲਈ, ਪਰ ਤੁਸੀਂ ਆਪਣਾ ਦਿਲ ਜਿਹੜਾ ਆ ਉਹ ਮੇਰੇ ਲਈ ਤਿਆਰ ਕਰੋ। ਪਾਕ ਤੇ ਮੇਰੇ ਮਨ ਭਾਉਂਦਾ ਦਿਲ ਜਿਹੜਾ ਆ ਤੁਸੀਂ ਮੇਰੇ ਲਈ ਤਿਆਰ ਕਰੋ, ਫਿਰ ਮੈਂ ਉਹਦੇ ਵਿੱਚ ਵਾਸ ਕਰਾਂਗਾ। ਹਾਲੇਲੂਇਆ। ਜੇ ਕੋਈ ਮੇਰੀ ਆਵਾਜ਼ ਸੁਣੇ ਅਤੇ ਬੂਹਾ ਖੋਲ ਦੇਵੇ ਤਾਂ ਉਹਦੇ ਕੋਲ ਅੰਦਰ ਜਾਵਾਂਗਾ। ਹਾਲੇਲੂਇਆ। ਪਰਮੇਸ਼ਰ ਦਾ ਵਚਨ ਸਾਨੂੰ ਕੀ ਕਹਿੰਦਾ ਹੈ? ਕਹਿੰਦਾ ਜੇ ਕੋਈ ਮੇਰੀ ਆਵਾਜ਼ ਸੁਣੇ। ਕੌਣ? ਪਰਮੇਸ਼ਰ ਜੀ ਕਹਿ ਰਿਹਾ, ਜੇ ਕੋਈ ਮੇਰੀ ਆਵਾਜ਼ ਸੁਣੇ ਤਾਂ ਆਪਣਾ ਮਨ ਦਾ ਦਰਵਾਜ਼ਾ ਜਿਹੜਾ ਖੋਲ ਦੇਵੇ ਤਾਂ ਮੈਂ ਉਹਦੇ ਅੰਦਰ ਵਿੱਚ ਵੜਾਂਗਾ। ਹਾਲੇਲੂਇਆ। ਉਹਦੇ ਅੰਦਰ ਆਵਾਂਗਾ। ਹਾਲੇਲੂਇਆ। ਪਰ ਸ਼ਰਤ ਹੈ ਕਿ ਤੁਹਾਡਾ ਦਿਲ ਦਾ ਦਰਵਾਜ਼ਾ ਜਿਹੜਾ ਹੈ ਉਹ ਪਾਕ ਤੇ ਪਵਿੱਤਰ ਜਿਹੜਾ ਮਨ ਪਾਉਂਦਾ ਜਿਹੜਾ ਪਰਮੇਸ਼ਰ ਦੇ ਹੋਣਾ ਚਾਹੀਦਾ। ਫਿਰ ਪਰਮੇਸ਼ਰ ਕਹਿੰਦਾ ਮੈਂ ਤੇਰੇ ਦਰਵਾਜ਼ਾ ਕਿਹੜਾ ਹੈ, ਕਿਹੜਾ ਦਰਵਾਜ਼ਾ ਅਸੀਂ ਖੋਲਣਾ ਹੈ? ਉਹ ਦਿਲ ਦਾ ਦਰਵਾਜ਼ਾ ਜਿਹੜਾ ਅਸੀਂ ਪਾਕ ਤੇ ਪਵਿੱਤਰ ਕਰਕੇ ਅਸੀਂ ਦਿਲ ਦਾ ਦਰਵਾਜ਼ਾ ਜਿਹੜਾ ਖੋਲਣਾ। ਤਾਂ ਫਿਰ ਪਰਮੇਸ਼ਰ ਜੀ ਕਹਿੰਦੇ ਆ ਮੈਂ ਤੁਹਾਡੇ ਦਿਲ ਦੇ ਵਿੱਚ ਆਵਾਂਗਾ। ਜਿਹੜਾ ਮੇਰੀ ਆਵਾਜ਼ ਸੁਣੇ ਅਤੇ ਬੂਹਾ ਖੋਲ ਦੇਵੇ ਤਾਂ ਮੈਂ ਉਹਦੇ ਕੋਲ ਅੰਦਰ ਜਾਵਾਂਗਾ ਅਤੇ ਉਹਦੇ ਨਾਲ ਕੀ ਕਰਾਂਗਾ? ਪ੍ਰਸ਼ਾਦ ਛਕਾਂਗਾ। ਹਾਲੇਲੂਇਆ। ਫਿਰ ਪਰਮੇਸ਼ਰ ਪ੍ਰਭੂ ਯਿਸੂ ਕਹਿੰਦੇ ਆ ਕਿ ਜਦੋਂ ਤੁਸੀਂ ਮੇਰੀ ਆਵਾਜ਼ ਨੂੰ ਸੁਣਦੇ ਆ ਤੇ ਜਦੋਂ ਤੁਸੀਂ ਆਪਣੇ ਦਿਲ ਦਾ ਦਰਵਾਜ਼ਾ ਮੇਰੇ ਲਈ ਖੋਲ ਦਿੰਦੇ ਆ ਤਾਂ ਫਿਰ ਕਹਿੰਦਾ ਮੈਂ ਤੁਹਾਡੇ ਦਿਲ ਵਿੱਚ ਆਵਾਂਗਾ। ਹਾਲੇਲੂਇਆ। ਪਰਮੇਸ਼ਰ ਦਾ ਵਚਨ ਸਾਨੂੰ ਦੱਸਦਾ ਹੈ ਕਿ ਹਮੇਸ਼ਾ ਅਸੀਂ ਤਿਆਰ ਜਿਹੜਾ ਆ ਅਸੀਂ ਰਹਿਣਾ। ਹਾਲੇਲੂਇਆ। ਅਸੀਂ ਹਮੇਸ਼ਾ ਤਿਆਰ ਰਹਿਣਾ ਪਰਮੇਸ਼ਰ ਦੇ ਲਈ, ਤਾਂ ਕਿ ਪਰਮੇਸ਼ਰ ਸਾਡੇ ਦਿਲਾਂ ਦੇ ਵਿੱਚ ਆ ਜਾਏ। ਹਾਲੇਲੂਇਆ। ਅਸੀਂ ਆਪਣੀ ਜ਼ਿੰਦਗੀ ਦੇ ਵਿੱਚੋਂ ਹਰ ਮਾੜੇ ਭੈੜੇ ਕੰਮ, ਹਰ ਗੰਦੇ ਕੰਮ ਜਿਹੜੇ ਪਰਮੇਸ਼ਰ ਨੂੰ ਪਸੰਦ ਨਹੀਂ ਹੈ, ਜਦੋਂ ਅਸੀਂ ਕੱਢ ਦਿੰਨੇ ਹਾਂ ਤਾਂ ਫਿਰ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਤੁਹਾਡੇ ਦਿਲ ਦੇ ਦਰਵਾਜ਼ੇ ਦੇ ਉੱਤੇ ਖੜਕਾਉਂਦਾ ਹੈ ਕਿ ਤੁਸੀਂ ਉਹਨੂੰ ਖੋਲੋ ਤਾਂ ਮੈਂ ਤੁਹਾਡੇ ਅੰਦਰ ਆਵਾਂਗਾ। ਹਾਲੇਲੂਇਆ। ਸੋ ਪਰਮੇਸ਼ਰ ਦਾ ਵਚਨ ਸਾਨੂੰ ਇਹੀ ਦੱਸਦਾ ਹੈ। ਤਾਂ ਉਸ ਤੋਂ ਬਾਅਦ ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਜਸਾਇਆ ਦੀ ਕਿਤਾਬ ਦੇਖਾਂਗੇ। ਹਾਲੇਲੂਇਆ। ਜਸਾਇਆ 30 ਬਾਬ ਦੀ ਉਹਦੀ 21 ਆਇਤ ਆਪਾਂ ਦੇਖਾਂਗੇ ਪਰਮੇਸ਼ਰ ਦੇ ਵਚਨ ਦੇ ਵਿੱਚੋਂ। ਹਾਲੇਲੂਇਆ। ਜਸਾਇਆ ਉਹਦਾ 30 ਬਾਬ ਉਹਦੀ 21 ਆਇਤ ਪਰਮੇਸ਼ਰ ਦੇ ਵਚਨ ਚੋਂ ਦੇਖਾਂਗੇ। ਅਤੇ ਤੁਹਾਡੇ ਪਿੱਛੋਂ ਇਹ ਗੱਲ ਸੁਣਨਗੇ ਕਿ ਤੁਹਾਡਾ ਰਾਹ ਇਹੋ ਹੀ ਹੈ, ਇਸ ਲਈ ਚਲੋ, ਜਦ ਤੁਸੀਂ ਸੱਜੇ ਨੂੰ ਮੁੜੋ ਅਤੇ ਜਦ ਤੁਸੀਂ ਖੱਬੇ ਨੂੰ ਮੁੜੋ ਤਾਂ ਤੁਸੀਂ ਚਾਂਦੀ ਨਾਲ ਮੜੀਆਂ ਹੋਈਆਂ ਆਪਣੀਆਂ ਉਕੜੀਆਂ ਹੋਈਆਂ ਮੂਰਤਾਂ ਨੂੰ ਅਤੇ ਸੋਨੇ ਚੜੇ ਹੋਏ ਆਪਣੇ ਢਲੇ ਹੋਏ ਬੁੱਤਾਂ ਨੂੰ ਭ੍ਰਿਸ਼ਟ ਕਰੋਗੇ। ਹਾਲੇ ਜਦੋਂ ਤੁਸੀਂ ਮੇਰੀ ਆਵਾਜ਼ ਨੂੰ ਸੁਣੋਗੇ, ਭਾਵੇਂ ਤੁਸੀਂ ਕਿਸੇ ਨੂੰ ਵੀ ਮੰਨਦੇ, ਤੁਸੀਂ ਉਹਨਾਂ ਨੂੰ ਛੱਡ ਕੇ ਮੇਰੀ ਆਵਾਜ਼ ਜਦੋਂ ਸੁਣੋਗੇ, ਪਰਮੇਸ਼ਰ ਜੀ ਕਹਿੰਦੇ ਆ ਕਿ ਜਦੋਂ ਤੁਸੀਂ ਮੇਰੀ ਆਵਾਜ਼ ਨੂੰ ਸੁਣ ਲੋਗੇ, ਤੁਸੀਂ ਵਚਨ ਨੂੰ ਪੜੋਗੇ ਤਾਂ ਮੈਂ ਤੁਹਾਡੇ ਦਿਲ ਵਿੱਚ ਆ ਜਾਵਾਂਗਾ। ਤਾਂ ਫਿਰ ਕਹਿੰਦਾ ਜੋ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ
ਮਾੜੇ ਭੜੇ ਕੰਮ ਜਾਂ ਮੂਰਤੀ ਪੂਜਾ ਜਾਂ ਕਿਸੇ ਤਰ੍ਹਾਂ ਦੇ ਵੀ ਐਸੇ ਕੰਮ ਆ ਤੁਸੀਂ ਉਹਨਾਂ ਨੂੰ ਛੱਡ ਦਿਓਗੇ। ਹਾਲੇਲੂਇਆ। ਕਿਉਂਕਿ ਪਰਮੇਸ਼ਰ ਦਾ ਵਚਨ ਸਾਨੂੰ ਦੱਸਦਾ ਕਿ ਉਹ ਪੁੱਤਰ ਆਤਮਾ ਦੇ ਦੁਆਰਾ ਤੁਹਾਡੇ ਜ਼ਿੰਦਗੀਆਂ ਦੇ ਵਿੱਚ ਆਏਗਾ। ਤਾਂ ਫਿਰ ਤੁਹਾਡੇ ਵਿੱਚੋਂ ਜਿਹੜੇ ਸਾਰੇ ਮਾੜੇ ਭੜੇ ਕੰਮ ਆ ਜਿਹੜੇ ਆ ਉਹ ਪ੍ਰਭੂ ਯਿਸੂ ਮਸੀਹ ਆਪਣੇ ਪੁੱਤਰ ਆਤਮਾ ਦੇ ਦੁਆਰਾ ਤੁਹਾਡੇ ਸਾਫ਼ ਕਰ ਦੇਗਾ। ਹਾਲੇਲੂਇਆ। ਸਭ ਤੋਂ ਪਹਿਲਾਂ ਅਸੀਂ ਆਪਣੇ ਆਪ ਨੂੰ ਚੇਂਜ ਕਰਨਾ ਹੈ, ਆਪਣੇ ਆਪ ਨੂੰ ਸਾਫ਼ ਕਰਨਾ ਹੈ। ਫਿਰ ਕਹਿੰਦਾ ਕਿ ਜਿੱਥੇ ਕਿਤੇ ਵੀ ਤੁਸੀਂ ਜਾਓਗੇ, ਸੱਜੇ ਮੁੜੋ ਜਾਂ ਖੱਬੇ ਮੁੜੋ, ਕਿ ਤੁਸੀਂ ਮੇਰੇ ਨਾਲ ਹੀ ਜੁੜੇ ਰਹੋਗੇ। ਹਾਲੇਲੂਇਆ। ਫਿਰ ਮੈਂ ਇਹ ਆਇਤ ਪੜ੍ਹਦਾ, ਅਤੇ ਤੁਹਾਡੇ ਕੰਨ ਤੁਹਾਡੇ ਪਿੱਛੇ ਇਹ ਗੱਲਾਂ ਸੁਣਨਗੇ। ਕਹਿੰਦਾ ਤੁਹਾਡੇ ਕੰਨ ਫਿਰ ਸੁਣਨਗੇ, ਅੱਗੇ ਪਿੱਛੇ ਤੁਹਾਡੇ ਰਾਹ ਇਹੋ ਹੀ ਹੈ, ਵੀ ਤੁਹਾਡਾ ਰਾਹ ਜਿਹੜਾ ਇਹੋ ਹੀ ਆ, ਹੋਰ ਕੋਈ ਰਾਹ ਨਹੀਂ ਹੈ। ਰਾਹ, ਸੱਚ ਤੇ ਜ਼ਿੰਦਗੀ ਪਰਮੇਸ਼ਰ ਕਹਿੰਦੇ ਮੈਂ ਆ। ਹਾਲੇਲੂਇਆ। ਇਹੀ ਰਾਹ ਆ ਤੁਹਾਡੇ ਵਾਸਤੇ, ਸਹੀ ਜਿਹੜਾ ਰਸਤਾ ਆ ਉਹ ਇਹੀ ਆ। ਉਹ ਭਾਵੇਂ ਤੁਸੀਂ ਖੱਬੇ ਮੁੜੋ ਤੇ ਭਾਵੇਂ ਤੁਸੀਂ ਸੱਜੇ ਮੁੜੋ, ਤੇ ਇਹ ਰਾਹ ਜਿਹੜਾ ਆ ਪਰਮੇਸ਼ਰ ਕਹਿੰਦੇ ਆ ਕਿ ਇਹੀ ਰਾਹ ਸਹੀ ਹੈ। ਹਾਲੇਲੂਇਆ। ਪਰਮੇਸ਼ਰ ਦੇ ਵਚਨ ਦੇ ਵਿੱਚੋਂ ਅੱਗੇ ਆਪਾਂ ਜਾ ਕੇ ਦੇਖਾਂਗੇ। ਸੌਰੀ, ਕਹਾਵਤਾਂ ਦੀ ਕਿਤਾਬ ਉਹਦੀ 3 ਬਾਬ ਦੀ, ਹਾਲੇਲੂਇਆ, ਥੈਂਕ ਯੂ ਜੀਸਸ। ਕਹਾਵਤਾਂ 3 ਬਾਬ ਦੀ 16, 17, 18 ਪੜਾਂਗੇ ਆਪਾਂ। ਹਾਲੇਲੂਇਆ। ਕਹਾਵਤਾਂ 3 ਬਾਬ ਦੀ 16। ਤਾਂ ਫਿਰ ਜਦੋਂ ਅਸੀਂ ਪਰਮੇਸ਼ਰ ਦਾ ਵਚਨ ਪੜ੍ਹਦੇ ਆ, ਸੁਣਦੇ ਆ, ਤੇ ਉਹਨੂੰ ਆਪਣੇ ਦਿਲ ਵਿੱਚ ਲੈ ਲੈਂਦੇ ਆ, ਤੇ ਜਦੋਂ ਉਹਦੇ ਉੱਪਰ ਚੱਲਦੇ ਆ ਤੇ ਫਿਰ ਪਰਮੇਸ਼ਰ ਦਾ ਵਚਨ ਸਾਨੂੰ ਕੀ ਦੱਸਦਾ ਹੈ। ਲਿਖਿਆ ਕਿ ਵੱਡੀ ਉਮਰ ਉਹਦੇ ਸੱਜੇ ਹੱਥ ਵਿੱਚ ਹੈ ਅਤੇ ਖੱਬੇ ਹੱਥ ਵਿੱਚ ਧਨ ਅਤੇ ਆਦਰ ਹੈ। ਹਾਲੇਲੂਇਆ। ਮੇਰੇ ਜੀਜੋ, ਜਦੋਂ ਅਸੀਂ ਆਪਣੀਆਂ ਜ਼ਿੰਦਗੀਆਂ ਜਿਹੜੀਆਂ ਉਹ ਯਿਸੂ ਮਸੀਹ ਨਾਸਰੀ ਦੇ ਨਾਲ ਜਿਹੜੀਆਂ ਪੂਰੀ ਤਾਈ ਤੇ ਪਵਿੱਤਰਤਾ ਦੇ ਨਾਲ ਅਸੀਂ ਜਿਹੜਾ ਵਚਨ ਦੇ ਦੁਆਰਾ ਜਿਹੜੀਆਂ ਆਪਣੀਆਂ ਜ਼ਿੰਦਗੀਆਂ ਅਸੀਂ ਜਦੋਂ ਉਹਦੇ ਨਾਲ ਅਸੀਂ ਆਪਣੀਆਂ ਜ਼ਿੰਦਗੀਆਂ ਜਿਹੜੀਆਂ ਯਿਸੂ ਮਸੀਹ ਦੇ ਨਾਲ ਅਸੀਂ ਬਿਤਾਉਣੀਆਂ ਸ਼ੁਰੂ ਕਰ ਦਿੰਦੇ ਆ, ਉਹਦੇ ਵਚਨ ਦੇ ਦੁਆਰਾ ਕਰਨੀਆਂ ਸ਼ੁਰੂ ਕਰ ਦਿੰਦੇ ਆ, ਤਾਂ ਫਿਰ ਪਰਮੇਸ਼ਰ ਦਾ ਵਚਨ ਸਾਨੂੰ ਦੱਸਦਾ ਹੈ ਕਿ ਵੱਡੀ ਉਮਰ ਉਹਦੇ ਸੱਜੇ ਹੱਥ ਵਿੱਚ ਆ। ਫਿਰ ਵੱਡੀ ਉਮਰ ਵੀ ਪਰਮੇਸ਼ਰ ਤੁਹਾਨੂੰ ਉਮਰ ਦੀ ਦਰਾਜ਼ਗੀ ਦੇਗਾ। ਹਾਲੇਲੂਇਆ। ਦੇਖੋ, ਪਰਮੇਸ਼ਰ ਦਾ ਵਚਨ ਸਾਨੂੰ ਸਾਡੇ ਨਾਲ ਵਾਅਦਾ ਵੀ ਕਰਦਾ ਹੈ ਕਿ ਜੇਕਰ ਸੱਚਮੁੱਚ ਤੁਸੀਂ ਮੇਰੇ ਵਚਨ ਨੂੰ ਸੁਣੋ, ਕਿਉਂਕਿ ਵਚਨ ਜਿਹੜਾ ਉਹ ਜੀਵਨ ਆ, ਉਹ ਜ਼ਿੰਦਗੀ ਹੈ। ਹਾਲੇਲੂਇਆ। ਜਦੋਂ ਉਹ ਵਚਨ ਅਸੀਂ ਪੜ੍ਹਦੇ ਸੁਣਦੇ ਤੇ ਉਹਦੇ ਉੱਪਰ ਚੱਲਦੇ ਆ ਤਾਂ ਉਹਦੇ ਵਿੱਚੋਂ ਜ਼ਿੰਦਗੀ ਆ। ਹਾਲੇਲੂਇਆ। ਹਾਲੇਲੂਇਆ। ਤਾਂ ਫਿਰ ਉਹ ਕੀ ਕਰੇਗਾ, ਉਹ ਤੁਹਾਡੀ ਉਮਰ ਨੂੰ ਕੀ ਆ, ਤੁਹਾਡੀ ਵੱਡੀ ਉਮਰ ਉਹਦੇ ਸੱਜੇ ਹੱਥ ਵਿੱਚ ਆ। ਕਹਿੰਦੇ ਵੱਡੀ ਉਮਰ ਉਹਦੇ ਸੱਜੇ ਹੱਥ ਵਿੱਚ ਆ ਪਰਮੇਸ਼ਰ ਦੇ, ਅਤੇ ਖੱਬੇ ਹੱਥ ਵਿੱਚ ਧਨ ਅਤੇ ਆਦਰ ਹੈ। ਹਾਲੇਲੂਇਆ। ਤੇ ਖੱਬੇ ਹੱਥ ਵਿੱਚ ਧਨ ਤੇ ਆਦਰ ਹੈ। ਮੇਰੇ ਜੀਜੋ, ਵੱਡੀ ਉਮਰ ਵੀ ਉਹਦੇ ਸੱਜੇ ਹੱਥ ਵਿੱਚ ਹੈ, ਉਹ ਤੁਹਾਨੂੰ ਉਮਰ ਦੀ ਵੀ ਦਰਾਜ਼ਗੀ ਦੇਗਾ। ਫਿਰ ਧਨ ਦੌਲਤ ਜਿਹੜਾ ਹੈ ਪਰਮੇਸ਼ਰ ਨੇ ਤੁਹਾਡੇ ਨਾਲ ਵਾਅਦਾ ਕੀਤਾ ਹੈ, ਕਹਿੰਦਾ ਉਹ ਵੀ ਕਹਿੰਦਾ ਖੱਬੇ ਹੱਥ ਵਿੱਚ ਧਨ ਤੇ ਆਦਰ ਵੀ ਆ। ਫਿਰ ਤੁਹਾਨੂੰ ਪਰਮੇਸ਼ਰ ਆਦਰ ਦੇਊਗਾ, ਜਿੱਥੇ ਕਿਤੇ ਵੀ ਜਾਓਗੇ ਤੁਸੀਂ, ਪਰਮੇਸ਼ਰ ਯਿਸੂ ਮਸੀਹ ਨਾਸਰੀ ਦੇ ਨਾਮ ਦੇ ਵਿੱਚ ਤੁਹਾਡਾ ਆਦਰ ਕੀਤਾ ਜਾਊਗਾ। ਹਾਲੇਲੂਇਆ। ਤੁਹਾਡੀ ਰਿਸਪੈਕਟ ਕੀਤੀ ਜਾਏਗੀ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ। ਧਨ ਦੌਲਤ ਜਿਹੜਾ ਹੈ ਉਹ ਪਰਮੇਸ਼ਰ ਜਿਹੜਾ ਤੁਹਾਡੀਆਂ ਸਾਰੀਆਂ ਜ਼ਰੂਰਤਾਂ ਲੋੜਾਂ ਥੋੜਾਂ ਨੂੰ ਪ੍ਰਭੂ ਯਿਸੂ ਮਸੀਹ ਕਹਿੰਦਾ ਮੈਂ ਪੂਰੀਆਂ ਕਰਾਂਗਾ। ਹਾਲੇਲੂਇਆ। ਉਹਦੇ ਰਾਹ ਮਨ ਪਾਉਂਦੇ ਹਨ। ਹਾਲੇਲੂਇਆ। ਜਿਹੜੇ ਉਹਦੇ ਰਾਹ ਆ, ਉਹਦੇ ਰਸਤੇ ਆ ਪਰਮੇਸ਼ਰ ਦੇ, ਉਹ ਮਨ ਪਾਉਂਦੇ, ਉਹ ਦਿਲ ਨੂੰ ਜਿਹੜਾ ਆ ਤੁਹਾਡੇ ਦਿਲ ਨੂੰ ਜਿਹੜਾ ਆ ਸਿਖਾਉਂਦਾ ਆ ਵਚਨ, ਕਿ ਮੇਰੇ ਜਿਹੜੇ ਰਸਤੇ ਜਿਹੜੇ ਉਹ ਮਨ ਪਾਉਂਦੇ ਆ, ਅਤੇ ਉਹਦੇ ਸਾਰੇ ਪਹੇ ਸ਼ਾਂਤੀ ਦੇ। ਸ਼ਾਂਤੀ, ਹਾਲੇਲੂਇਆ, ਸਾਰੇ ਪਹੇ ਉਹਦੇ ਸ਼ਾਂਤੀ ਦੇ, ਕਿਉਂਕਿ ਯਿਸੂ ਮਸੀਹ ਨਾਸਰੀ ਜਿਹੜੇ ਆ ਉਹ ਖੁਦ ਆਪ ਸ਼ਾਂਤੀ ਦੇ ਰਾਜਕੁਮਾਰ, ਉਹ ਸਾਨੂੰ ਸ਼ਾਂਤੀ ਵੀ ਦਿੰਦੇ ਆ। ਹਾਲੇਲੂਇਆ। ਜਿਹੜੇ ਉਹਨੂੰ ਗ੍ਰਹਿਣ ਕਰਦੇ ਹਨ, ਉਹਨਾਂ ਲਈ ਜਿਉਣ ਦਾ ਬ੍ਰਿਛ ਹੈ। ਜਿਹੜੇ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨੂੰ ਗ੍ਰਹਿਣ ਕਰਦੇ ਆ, ਹਾਲੇਲੂਇਆ, ਤੇ ਉਹਨਾਂ ਦੇ ਲਈ ਇੱਕ ਜਿਉਣ ਦਾ ਬ੍ਰਿਛ ਆ। ਮੇਰੇ ਜੀਜੋ, ਜਿਹੜੇ ਪ੍ਰਭੂ ਯਿਸੂ ਮਸੀਹ ਨੂੰ ਗ੍ਰਹਿਣ ਕਰਦੇ, ਪ੍ਰਭੂ ਯਿਸੂ ਨੂੰ ਆਪਣੇ ਦਿਲਾਂ ਦੇ ਵਿੱਚ ਲੈ ਲੈਂਦੇ ਆ, ਔਰ ਪਰਮੇਸ਼ਰ ਦਾ ਵਚਨ ਪੜ੍ਹਦੇ ਆ, ਤਾਂ ਪੜ੍ਹ ਕੇ ਉਹਦੇ ਉੱਪਰ ਚੱਲਦੇ, ਦੇ ਉੱਪਰ ਅਮਲ ਕਰਦੇ ਹੈ, ਤਾਂ ਫਿਰ ਪਰਮੇਸ਼ਰ ਕਹਿੰਦਾ ਕਿ ਜਿਹੜੇ ਉਹਨੂੰ ਗ੍ਰਹਿਣ ਕਰਦੇ ਹਨ ਉਹ ਉਹਨਾਂ ਲਈ ਜਿਉਣ ਦਾ ਬ੍ਰਿਛ ਆ। ਫਿਰ ਪਰਮੇਸ਼ਰ ਉਹਨਾਂ ਲਈ ਜਿਉਣ ਦਾ ਬ੍ਰਿਛ ਆ। ਹਾਲੇਲੂਇਆ। ਫਿਰ ਉਹ ਜਿਉਣ ਆ ਸਾਡੇ ਲਈ। ਹਾਲੇਲੂਇਆ। ਇਸੇ ਕਰਕੇ ਪਰਮੇਸ਼ਰ ਦਾ ਜਿਹੜਾ ਆਪਾਂ ਸ਼ੁਰੂ ਕੀਤਾ ਹੈ ਕਿ ਪਰਮੇਸ਼ਰ ਦਾ ਵਚਨ ਜਿਹੜਾ ਸਾਡੇ ਲਈ ਸਾਨੂੰ ਕੀ ਕਰਦੇ ਆ, ਹਮੇਸ਼ਾ ਜਿਉਂਦਾ ਰੱਖਦੇ ਆ। ਮੇਰੇ ਜੀਜੋ, ਹਾਲੇ ਸੱਚਮੁੱਚ ਅਸੀਂ ਜਿਉਂਦਾ ਰਹਿਣਾ ਚਾਹੁੰਦੇ ਹਾਂ। ਸੱਚਮੁੱਚ ਜੇ ਅਸੀਂ ਜਿਉਣਾ ਰਹਿਣਾ ਚਾਹੁੰਦੇ ਹਾਂ ਤਾਂ ਪਰਮੇਸ਼ਰ ਦਾ ਵਚਨ ਜਿਹੜਾ ਅਸੀਂ ਪੜ੍ਹੀਏ, ਸੁਣੀਏ, ਤੇ ਉਹਦੇ ਉੱਪਰ ਚੱਲੀਏ, ਤੇ ਉਹਦੇ ਉੱਪਰ ਅਮਲ ਕਰਕੇ ਅਸੀਂ ਪਰਮੇਸ਼ਰ ਦੇ ਨਾਲ ਜੁੜੇ ਰਹੀਏ, ਤਾਂ ਸੱਚਮੁੱਚ ਪਰਮੇਸ਼ਰ ਕਹਿੰਦੇ ਆ ਕਿ ਜਿਹੜਾ ਉਹਨੂੰ ਗ੍ਰਹਿਣ ਕਰਦਾ ਹੈ ਉਹਨਾਂ ਲਈ ਉਹ ਜਿਉਣ ਦਾ ਬ੍ਰਿਛ ਹੈ। ਹਾਲੇਲੂਇਆ। ਅਤੇ ਜੋ ਕੋਈ ਉਹਨੂੰ ਫੜੀ ਰੱਖਦਾ ਹੈ ਉਹ ਖੁਸ਼ ਰਹਿੰਦਾ ਹੈ। ਜਿਹੜਾ ਵੀ ਉਹਨੂੰ ਫੜੀ ਰੱਖਦਾ ਹੈ ਉਹ ਹਮੇਸ਼ਾ ਖੁਸ਼ ਰਹਿੰਦਾ ਹੈ। ਮੇਰੇ ਜੀਜੋ, ਹਾਲੇਲੂਇਆ। ਸੱਚਮੁੱਚ ਤੁਸੀਂ ਆਪਣੀ ਜਿਉਣਾ ਚਾਹੁੰਦੇ ਹੋ ਪਰਮੇਸ਼ਰ ਦੇ ਨਾਲ, ਔਰ ਪਰਮੇਸ਼ਰ ਇੱਕ ਜਿਉਣ ਹੈ, ਪਰਮੇਸ਼ਰ ਦਾ ਵਚਨ ਇੱਕ ਜਿਉਣ ਹੈ। ਤੇ ਜੇ ਤੁਸੀਂ ਕੀ ਲਿਖਿਆ, ਅਤੇ ਜੇ ਕੋਈ ਉਹਨੂੰ ਫੜੀ ਰੱਖਦਾ ਉਹ ਖੁਸ਼ ਰਹਿੰਦਾ, ਤੇ ਹਮੇਸ਼ਾ ਖੁਸ਼ ਰਹਿੰਦਾ। ਤੁਸੀਂ ਖੁਸ਼ ਰਹਿਣਾ ਚਾਹੁੰਦੇ ਅੱਜ? ਹਾਲੇਲੂਇਆ। ਤੁਹਾਨੂੰ ਸੱਚੀ ਸ਼ਾਂਤੀ ਜਿਹੜੀ ਪਰਮੇਸ਼ਰ ਵੱਲੋਂ
ਜਿਹੜੀ ਮਿਲਦੀ ਆ ਉਹ ਤੁਸੀਂ ਲੈਣਾ ਚਾਹੁੰਦੇ ਆ ਅੱਜ? ਜੇ ਸੱਚਮੁੱਚ ਤੁਸੀਂ ਪਰਮੇਸ਼ਰ ਦੀ ਸ਼ਾਂਤੀ, ਖੁਸ਼ ਰਹਿਣਾ ਚਾਹੁੰਦੇ ਆ, ਜ਼ਿੰਦਗੀ ਜੀਣਾ ਚਾਹੁੰਦੇ ਆ ਔਰ ਸੱਚਾ ਜੀਵਨ ਜਿਹੜਾ ਜੀਣਾ ਚਾਹੁੰਦੇ ਆ ਔਰ ਬਚਨ ਦੇ ਦੁਆਰਾ ਤੁਸੀਂ ਜਿਉਂਦਾ ਰਹਿਣਾ ਚਾਹੁੰਦੇ ਆ, ਤਾਂ ਅੱਜ ਤੁਸੀਂ ਪਰਮੇਸ਼ਰ ਦੇ ਨਾਲ ਜਿਹੜਾ ਆ ਉਹ ਜੁੜੇ ਰਹੋ ਤੇ ਪਰਮੇਸ਼ਰ ਦਾ ਬਚਨ ਸੁਣੋ, ਪੜੋ ਤੇ ਉਹਦੇ ਉੱਪਰ ਚੱਲੋ। ਤਾਂ ਫਿਰ ਪਰਮੇਸ਼ਰ ਕਹਿੰਦਾ ਮੈਂ ਤੁਹਾਨੂੰ ਜਿਉਣ ਬਖਸ਼ਾਂਗਾ। ਹਾਲੇਲੂਇਆ। ਖੁਦਾ ਇਹਨਾਂ ਬਚਨਾਂ ਨਾਲ ਤੁਹਾਨੂੰ ਬਹੁਤ ਵੱਡੀ ਬਰਕਤ ਤੇ ਬਹੁਤ ਵੱਡੀ ਆਸ਼ੀਰਵਾਦ ਹੈ। ਆਮੀਨ, ਆਮੀਨ, ਆਮੀਨ।